ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਸਭ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਲਿਟਰੇਚਰ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਔਰ ਪੰਜਾਬੀ ਸਾਹਿਤ ਦੀ ਗੱਲ ਵੀ ਸਿੱਖ ਦ੍ਰਿਸ਼ਟੀਕੋਣ ਤੋਂ, ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਕੀਤੀ ਜਾਂਦੀ ਹੈ। ਅੱਖਰਾਂ ਦੀ ਬਣਤਰ ਬਾਰੇ, ਅੱਖਰਾਂ ਦੀ ਸਮਰੱਥਾ ਬਾਰੇ ਵੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਜਾਂਦੀ ਹੈ। ਔਰ ਚਲਦੇ ਪ੍ਰਕਰਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਫਲਸਫਰਾਂ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਨੂੰ ਉਚੇਚੇ ਤੌਰ ਤੇ ਬੇਨਤੀ ਕਰਕੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਵਿੱਚ ਸੱਦ ਕੇ ਉਹਨਾਂ ਦੀਆਂ ਛਪੀਆਂ ਹੋਈਆਂ ਲਿਖਤਾਂ ਬਾਰੇ ਵੀ ਗੱਲ ਕੀਤੀ ਜਾਂਦੀ ਹੈ। ਔਰ ਇਸੇ ਚਲਦੇ ਪ੍ਰਕਰਨ ਦੇ ਵਿੱਚ ਅੱਜ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਹਾਜ਼ਰ ਨੇ ਆਪ ਸਭ ਦੀ ਜਾਣੀ ਪਛਾਣੀ ਸ਼ਖਸੀਅਤ ਹੈ ਡਾਕਟਰ ਸੁਜਿੰਦਰ ਸਿੰਘ ਜੀ ਸੰਘਾ। ਉਹਨਾਂ ਦੀ ਆਮਦ ਨੂੰ ਜੀ ਆਇਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਜਿੰਦਰ ਸਿੰਘ ਸੰਘਾ ਜਿੱਥੇ ਜਦੋਂ ਇੰਗਲੈਂਡ ਦੀ ਧਰਤੀ ਤੇ ਆਏ ਸੀ, ਟ੍ਰੇਡ ਯੂਨੀਅਨ ਦੇ ਵਿੱਚ ਕੰਮ ਕੀਤਾ, ਇੰਡਸਟਰੀ 'ਚ ਕੰਮ ਕੀਤਾ, ਪਰ ਨਾਲ ਨਾਲ ਪੜ੍ਹਾਈ ਕੀਤੀ ਤੇ ਪੜ੍ਹਾਈ ਕਰਕੇ ਬੜੇ ਉੱਚ ਅਹੁਦੇ ਤੇ ਪਹੁੰਚੇ। ਏਸ਼ੀਅਨ ਮੂਲ ਦੇ ਪਹਿਲੇ ਪ੍ਰਿੰਸੀਪਲ ਦੇ ਤੌਰ ਤੇ ਉਹ ਜਾਣੇ ਜਾਂਦੇ ਨੇ ਫਰਦਰ ਐਜੂਕੇਸ਼ਨ ਦੇ ਖੇਤਰ ਦੇ ਵਿੱਚ। ਔਰ ਉਹਨਾਂ ਦੀਆਂ ਐਜੂਕੇਸ਼ਨ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਬਰਤਾਨਵੀ ਮੁਲਕਾਂ ਨੇ ਉਹਨਾਂ ਨੂੰ OBE ਦਾ ਖਿਤਾਬ ਵੀ ਦਿੱਤਾ। ਜਿੱਥੇ ਦੁਨੀਆ ਪੱਧਰ ਤੇ ਉਹਨਾਂ ਕੋਲ ਵੱਡੀ ਐਜੂਕੇਸ਼ਨ ਹੈ, ਵੱਡਾ ਤਜਰਬਾ ਹੈ, ਉੱਥੇ ਕਮਿਊਨਿਟੀ 'ਚ ਕੰਮ ਕਰਨ ਦਾ ਵੀ ਤਜਰਬਾ ਉਹਨਾਂ ਨੇ ਆਪ ਹੰਡਾਇਆ ਹੋਇਆ ਹੈ। ਔਰ ਦੋਨਾਂ ਤਜਰਬਿਆਂ ਨੂੰ ਮੇਲ ਕੇ ਆਪਣੇ ਤਜਰਬੇ ਨੂੰ ਅਨੁਭਵ ਦੇ ਨਾਲ ਇਕੱਠਾ ਕਰਕੇ ਉਹਨਾਂ ਨੇ ਲਿਖਤਾਂ ਵੀ ਲਿਖੀਆਂ, ਸੈਂਕੜੇ ਵੱਖਰੇ ਵੱਖਰੇ ਆਰਟੀਕਲ ਲਿਖੇ ਗਏ। ਉਹਨਾਂ ਆਰਟੀਕਲਾਂ ਦੇ ਆਧਾਰ ਦੇ ਉੱਤੇ ਵੱਡ ਕਰੀ ਕਿਤਾਬ ਵੀ ਬਣੀ, ਵਲੈਤੋਂ ਵੇਖੀ ਦੁਨੀਆ। ਔਰ ਜਿਹੜੀ ਕਿਤਾਬ ਜਿਹਦੇ ਉੱਤੇ ਆਪਾਂ ਖਾਸ ਤੌਰ ਤੇ ਗੱਲ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਦਾ ਰਾਜਨੀਤਿਕ ਫਲਸਫਾ, ਉਹ ਇੰਗਲਿਸ਼ ਵਿੱਚ ਵੀ ਛਪੀ ਔਰ ਪੰਜਾਬੀ ਦੇ ਵਿੱਚ ਵੀ ਛਪੀ। ਉਹਦੇ ਬਾਰੇ ਗੱਲਬਾਤ ਕਰਦਿਆਂ ਆਪਾਂ ਜਿੱਥੇ ਕੋ ਪਹੁੰਚੇ ਹਾਂ ਸੰਗਤ ਸਾਹਿਬ ਜੀ, ਉਹ ਸਵਾਲ ਹੈ ਮੇਰਾ ਅੱਜ ਦਾ। ਹਾਂਜੀ, ਗੁਰੂ ਨਾਨਕ ਸਾਹਿਬ ਦੇ ਦਰਸਾਏ ਰਾਜਨੀਤਿਕ ਫਲਸਫੇ ਨੇ ਗੁਰ ਇਤਿਹਾਸ ਦੇ ਕਾਲ ਦੌਰਾਨ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਆਮ ਮਨੁੱਖਾਂ ਦੇ ਵਿੱਚ ਤੇ ਆਮ ਮਨੁੱਖਾਂ ਨੂੰ ਕਿਹੜੀ ਸੇਧ ਦਿੱਤੀ? ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਆਰੰਭ ਹੋ ਕੇ ਗੁਰੂ ਗੋਬਿੰਦ ਸਿੰਘ ਤੱਕ 239 ਵਰ੍ਹੇ ਬਣਦੇ ਜੀ। ਇਸ ਗੁਰ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਤਬਦੀਲੀ ਇਹ ਆਈ ਹੈ ਕਿ ਜਿੱਥੇ ਉਸ ਤੋਂ ਪਹਿਲਾਂ ਸਦੀਆਂ ਭਰ ਇਸ ਖਿੱਤੇ ਤੇ, ਇਸ ਮੁਲਕ ਤੇ, ਇਸ ਦੇਸ਼ ਤੇ ਵਾਰ-ਵਾਰ ਹਮਲੇ ਹੁੰਦੇ ਸੀ, ਲੁੱਟਿਆ ਜਾਂਦਾ ਸੀ, ਲਤਾੜਿਆ ਜਾਂਦਾ ਸੀ, ਉਹ ਹਮੇਸ਼ਾ ਲਈ ਖਤਮ ਹੋ ਗਏ ਜੀ। ਔਰ ਗੁਰ ਇਤਿਹਾਸ ਤੋਂ ਲੈ ਕੇ ਇਹ ਸਪਸ਼ਟ ਹੋ ਗਿਆ ਕਿ ਦਰਅਸਲ ਜਿਹੜੀ ਹਿੰਦੁਸਤਾਨ ਦੀ ਇੱਧਰਲੀ ਸਰਹੱਦ ਆ, ਉਹ ਕੋਈ ਪਾਰ ਨਹੀਂ ਕਰ ਸਕਿਆ ਮੁੜ ਕੇ ਜੀ। ਔਰ ਬਾਅਦ ਦੇ ਵਿੱਚ ਸਿੱਖ ਮਿਸਲਾਂ ਦੇ ਇਤਿਹਾਸ ਦੇ ਵਿੱਚ ਜੋ ਕੁਛ ਹੋਇਆ, ਉਧਰ ਆਪਾਂ ਨਹੀਂ ਜਾਂਦੇ ਵੇਰਵੇ ਦੇ ਵਿੱਚ, ਪਰ ਉਹਨਾਂ ਨੇ ਇਨੈਕਟਿਵ ਇਫੈਕਟ ਬਿਲਕੁਲ ਇੱਕ ਕਿਸਮ ਦਾ ਕੋਰੀਡੋਰ ਬੰਦ ਕਰਤਾ ਹਮੇਸ਼ਾ ਵਾਸਤੇ। ਖਬਰ ਦੇ ਦਰਿਆਲਾ ਬਿਲਕੁਲ ਕੋਰੀਡੋਰ ਬੰਦ ਕਰਤਾ। ਉਹ ਮੁੜ ਕੇ ਕਿਸੇ ਦੀ ਜ਼ਰੂਰਤ ਨਹੀਂ ਪਈ ਉੱਧਰ ਹਮਲਾ ਕਰ ਸਕੇ। ਉਸ ਹਮਲਾਵਰੀ ਜਿਹੜਾ ਸੱਭਿਆਚਾਰ ਬਣਿਆ ਸੀਗਾ ਖਾਤਮੇ ਤੋਂ ਬਾਅਦ, ਜਿਹੜੀ ਅੰਦਰੂਨੀ ਸੋਧ ਆਉਣੀ ਸ਼ੁਰੂ ਹੋ ਗਈ, ਅੰਦਰੂਨੀ ਜਿਹੜਾ ਪ੍ਰੈਸ਼ਰ ਸੀਗਾ, ਕਨਵਰਸ਼ਨ ਸੀਗਾ, ਦਾ ਜਾਬਰ ਸੀਗਾ ਅਤੇ ਜ਼ਬਰੀ ਕਨਵਰਸ਼ਨ ਅਤੇ ਉਹ ਸਾਰੇ ਹੋਏ, ਉਹ ਵੀ ਬੰਦ ਕਰਤੇ। ਜਿਹੜਾ ਓਪਰੇਸ਼ਨ ਸੀਗਾ ਆਮ ਲੋਕਾਂ ਦਾ, ਉਹ ਬੰਦ ਹੋਇਆ। ਅਤੇ ਤੀਜਾ ਇਹ ਹੋਇਆ ਕਿ ਭਾਵੇਂ ਈਸਟ ਇੰਡੀਆ ਕੰਪਨੀ ਨਾਲ ਕੋਲੈਬੋਰੇਸ਼ਨਸ ਹੋਈ, ਵੱਖ-ਵੱਖ ਰਿਆਸਤਾਂ ਪੈਦਾ ਹੋਣ ਲੱਗ ਪਈਆਂ ਇੰਡੀਪੈਂਡੈਂਟ ਜੀ ਹਿੰਦੁਸਤਾਨ ਦੇ ਵਿੱਚ ਜੀ, ਅਤੇ ਜਾਣੀ ਬ੍ਰਿਟਿਸ਼ ਅੰਪਾਇਰ ਦੇ ਵਿੱਚ ਰਹਿ ਕੇ ਜੀ। ਪਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਜੀ। ਉਹ ਕਾਇਮ ਨਹੀਂ ਸੀ ਹੋਣਾ ਜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਫਲਸਫੇ ਦੇ ਆਧਾਰ 'ਤੇ ਕਾਇਮ ਹੋਇਆ, ਮਿਸਲਾਂ ਦੇ ਕਮਾਈ, ਕਿਰਤ ਕਮਾਈ ਅਤੇ ਕੁਰਬਾਨੀਆਂ ਦੇ ਨਾਲ।
ਤੇ ਉਹਦੇ ਨਾਲ ਇਹ ਹੋ ਗਿਆ ਕਿ ਜੀਓਪੋਲੀਟੀਕਲੀ ਇਸ ਖਿੱਤੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਤਬਦੀਲੀ ਆਈ ਹੈ, ਬਹਿਰੂਨੀ ਵੀ ਤੇ ਅੰਦਰੂਨੀ ਵੀ ਤੇ ਗਾਂ ਭਵਿੱਖ ਲਈ ਵੀ, ਉਹ ਇਹ ਹੈ ਵੀ ਇਸ ਖਿੱਤੇ ਦੇ ਵਿੱਚ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹਨੂੰ ਕੋਈ ਅਖਾੜ ਨਹੀਂ ਸਕਿਆ, ਨਾ ਅਖਾੜ ਸਕਿਆ। ਔਰ ਇਹਦੇ ਨਾਲ ਹੀ ਸਾਰਾ ਹਿੰਦੁਸਤਾਨ ਬਚਿਆ ਜੀ, ਕਿਉਂਕਿ ਹਿੰਦੁਸਤਾਨ ਦੇ ਲੋਕਾਂ ਨੂੰ ਅਜੇ ਵੀ ਐਜੂਕੇਸ਼ਨ ਲਈ ਇਹ ਨਹੀਂ ਦੱਸਿਆ ਜਾ ਰਿਹਾ ਖੁੱਲ੍ਹ ਕੇ ਐਜੂਕੇਸ਼ਨ ਰਾਹੀਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹ ਕੁਰਬਾਨੀਆਂ, ਇਹ ਸ਼ਹਾਦਤਾਂ, ਇਹ ਤਬਦੀਲੀ ਨਾ ਆਉਂਦੀ ਤੇ ਅੱਜ ਵਾਲਾ ਜਿਹੜਾ ਹਿੰਦੁਸਤਾਨ, ਅੱਜ ਵਾਲਾ ਹਿੰਦੁਸਤਾਨ ਨਹੀਂ ਸੀ ਹੋਣਾ, ਜਾਂ ਇਹਦੇ ਖਖੜੀਆਂ ਹੋਣੀਆਂ ਸੀਗੀਆਂ, ਨਹੀਂ ਤਾਂ ਇਹਦਾ ਵੱਧ ਹਿੱਸਾ ਇਸਲਾਮਿਕ ਰਾਜ ਹੋਣਾ ਸੀਗਾ। ਬਿਲਕੁਲ। ਮੈਨੂੰ ਲਾਰਡ ਕਲਾਈਵ ਦੀ ਚਿੱਠੀ ਉਹ ਦੇਖਣ ਦਾ ਮੌਕਾ ਮਿਲਿਆ ਜੀ। ਲਾਰਡ ਕਲਾਈਵ ਨੇ ਪਲਾਸੀ ਦੀ ਲੜਾਈ 1757 ਚ ਜਿੱਤੀ ਆ, ਹਾਂਜੀ, ਬੰਗਾਲ ਚ, ਤੇ 1757 ਦੇ ਵਿੱਚ ਹੀ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੋਈ ਹੈ। ਇਧਰਲੇ ਬੰਨੇ ਅਬਦਾਲੀ ਦੇ ਦੋਵਾਂ ਜਰਨੈਲਾਂ ਨੂੰ ਡੱਕਦਿਆਂ, ਉਹਦੇ ਪੁੱਤਰ ਨੂੰ ਡੱਕਦਿਆਂ, ਉਹ ਇੱਥੇ ਗਵਰਨਰ ਬਣਾ ਕੇ ਛੱਡ ਗਿਆ ਸੀ ਉਹਨਾਂ ਨੂੰ, ਔਰ ਉੱਥੇ ਭਜਾਇਆ ਜਹਾਨ ਖਾਨ ਨੂੰ ਵੀ ਤੇ ਤਮੂਰ ਨੂੰ ਵੀ, ਉਹਦੇ ਪੁੱਤਰ ਨੂੰ ਜਿਹੜਾ ਸੀਗਾ ਇਹ ਅਬਦਾਲੀ ਦਾ, ਉਹਨੂੰ ਇੱਥੋਂ ਭਜਾਇਆ। ਔਰ ਲਾਰਡ ਕਲਾਈਵ ਕਹਿੰਦਾ ਕਿ ਸਾਨੂੰ ਅਬਦਾਲੀ ਬਹੁਤ ਤਾਕਤਵਰ ਆ, ਈਸਟ ਇੰਡੀਆ ਕੰਪਨੀ ਦੇ ਮੁਕਾਬਲੇ 'ਚ ਏਸ਼ੀਆ 'ਚੋਂ ਬਹੁਤ ਤਾਕਤਵਰ ਸੀ। ਕਾਬਲ ਤੋਂ ਲੈ ਕੇ ਖੁਰਾਸਾਨ ਜਿਹੜੀ ਤੁਸੀਂ ਗੱਲ ਕਰਦੇ ਹੋ, ਉਹ ਦਿੱਲੀ ਤੱਕ ਮਾਰ ਕਰਦਾ ਹੀ ਆਉਂਦਾ ਹੁੰਦਾ ਸੀ। ਬਿਲਕੁਲ ਬਿਲਕੁਲ। ਪਰ ਕਲਾਈਵ ਕਹਿੰਦਾ ਜੀ, ਕਹਿੰਦਾ ਸਾਨੂੰ ਅਬਦਾਲੀ ਦਾ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਜਦੋਂ ਕਾਬਲ ਤੋਂ ਚੱਲ ਕੇ ਦਿੱਲੀ ਤੱਕ ਪਹੁੰਚਦਾ ਜਿੱਦਾਂ ਤੇ ਪੰਜਾਬ ਤੋਂ ਜਦੋਂ ਲੰਘ ਕੇ ਦਿੱਲੀ ਆ ਜਾਂਦਾ ਨਾ, ਤੇ ਬਾਅਦ ਚ ਸਿੱਖ ਉੱਠ ਖੜੇ ਹੁੰਦੇ ਤੇ ਉਹਦੀ ਜਿਹੜੀ ਪਾਈਪ, ਜਿਹੜੀ ਲਾਈਨ, ਸਪਲਾਈ ਲਾਈਨ ਤੋੜ ਦਿੰਦੇ, ਸਾਰੀ ਇੰਟਰਸੈਪਸ਼ਨ ਹੋ ਜਾਂਦੀ ਹੈ, ਉਹਦੀ ਸਪਲਾਈ ਲਾਈਨ ਤੋੜ ਦਿੰਦੇ ਆ, ਤੇ ਅਬਦਾਲੀ ਵੱਧ ਤੋਂ ਵੱਧ ਦਿੱਲੀ ਤੋਂ ਆ ਕੇ ਕੋਈ ਸਪਲਾਈ ਲਾਈਨ ਪਿੱਛੋਂ ਟੁੱਟ ਜਾਂਦੀ ਆ, ਉਹ ਮਥੁਰਾ ਜਾਂ ਗਵਾਲੀਅਰ ਤੱਕ ਆ ਸਕਦਾ, ਉਦੋਂ ਗਾਂ ਨਹੀਂ ਟੱਪ ਸਕਦਾ ਉਹ। ਬੰਗਾਲ ਵਿੱਚ ਸਾਨੂੰ ਬੈਠਣ ਨੂੰ ਕੋਈ ਖਤਰਾ ਨਹੀਂ, ਇੱਥੇ ਜਿਹੜੇ ਮੁਗਲ ਛੋਟੇ ਛੋਟੇ ਨਵਾਬ ਆ, ਇਹਨਾਂ ਨੂੰ ਨੱਪੋ, ਤੇਰਾ ਨਾ ਇਹਨਾਂ ਦੀ ਮਤਲਬ ਉਹਨੇ ਹੋਣਾ। ਬਿਲਕੁਲ। ਅੱਛਾ, ਜੇ ਕਿਤੇ ਸਿੱਖ ਨਾ ਤਾਕਤਵਰ ਹੁੰਦੇ ਤੇ ਫਿਰ ਅਬਦਾਲੀ ਨੇ ਜਾਣਾ ਸੀ ਬੰਗਾਲ ਤੱਕ, ਕਲਾਈਵ ਦੇ ਕਹਿਣ ਮੁਤਾਬਕ। ਫਿਰ ਈਸਟ ਇੰਡੀਆ ਕੰਪਨੀ ਨਹੀਂ ਸੀ ਹੋਣੀ। ਜੇ ਉਹ ਜਿਹੜੀ ਵੱਡੀ ਤਬਦੀਲੀ ਆਈ ਈਸਟ ਇੰਡੀਆ ਕੰਪਨੀ ਵਾਲੀ ਵੀ, ਉਹ ਇਸ ਕਰਕੇ ਆਈ ਹੈ ਪੂਰੇ ਦੇਸ਼ ਦੇ ਵਿੱਚ ਕਿ ਇੱਧਰਲੇ ਬੰਨੇ ਸਿੱਖ ਤਕੜੇ ਸੀ, ਇਹਨਾਂ ਨੇ ਅਬਦਾਲੀ ਨੂੰ ਨਹੀਂ ਜਾਣਦਾ। ਜੇ ਅਬਦਾਲੀ ਹੁੰਦਾ ਤੇ ਜਿਹੋ ਜਿਹਾ ਜ਼ਾਲਮ ਅਬਦਾਲੀ ਸੀਗਾ, ਜਿਹੜਾ ਹਰਿਮੰਦਰ ਸਾਹਿਬ ਨੂੰ ਸਿੱਧੇ ਤੌਰ ਤੇ ਢਾਹ ਰਿਹਾ ਸੀਗਾ, ਬਾਕੀ ਮਥੁਰਾ ਦੇ ਮੰਦਰਾਂ ਨੂੰ ਢਾਹ ਰਿਹਾ ਸੀਗਾ, ਤੇ ਬੀਬੀਆਂ ਨੂੰ ਲਿਜਾ ਰਿਹਾ ਸੀ, 22,000 ਦੇ ਨੇੜੇ ਤੇੜੇ ਬੀਬੀਆਂ ਕਹਿੰਦੇ ਲੈ ਕੇ ਜਾ ਰਿਹਾ, ਜਿਹਨੂੰ ਲਿਖਿਆ ਗਿਆ। ਇਹ ਹਿੰਦੁਸਤਾਨ ਦਾ ਨਕਸ਼ਾ ਸੱਚੀ ਹੋਰ ਹੋਣਾ ਸੀਗਾ। ਇਹ ਗੱਲ ਮੈਂ ਤੁਹਾਡੀ ਗੱਲ ਦੀ ਪੁਸ਼ਟੀ ਲਈ ਕਹਿ ਰਿਹਾ, ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਜਿਹੜੀ ਗੱਲ ਕਰਦੇ ਕਰਨਾ। ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਇੱਕ ਤਾਂ ਪਹਿਲੂ ਇਹ ਸਭ ਤੋਂ ਵੱਡਾ ਹੈਗਾ, ਜੀ ਹਾਂ, ਅੰਦਰੂਨੀ ਤੇ ਬਹਿਰੂਨੀ ਤੇ ਤਬਦੀਲੀ। ਜੀ, ਦੂਜੀ ਵੱਡੀ ਤਬਦੀਲੀ ਤੁਹਾਡੇ ਪੁਆਇੰਟ ਤੋਂ ਅਗਲੀ ਹੈਗੀ ਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਥਾਪਿਤ ਹੋਣ ਦੇ ਨਾਲ ਜਿਹੜਾ ਆਲਟਰਨੇਟਿਵ ਅੰਪਾਇਰ ਆ ਗਿਆ ਸੀਗਾ, ਉਹ ਸੀਗਾ ਬ੍ਰਿਟਿਸ਼ ਅੰਪਾਇਰ। ਜੀ, ਤੇ ਬ੍ਰਿਟਿਸ਼ ਅੰਪਾਇਰ ਨੂੰ ਬਿਲਕੁਲ ਸਪਸ਼ਟ ਪਤਾ ਸੀਗਾ ਕਿ ਦਰਅਸਲ ਅਸੀਂ ਇਹਨਾਂ ਨਾਲ ਸਮਝੌਤਾ ਨਾ ਕੀਤਾ, ਜਾਂ ਇਹਨਾਂ ਤੇ ਰਾਜ ਨਾ ਕੀਤਾ, ਜਾਂ ਇਹਨਾਂ ਨੂੰ ਨਾਲ ਨਾ ਰਲਾਇਆ, ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਟ੍ਰੈਟਜੀ ਆ, ਉਹ ਸਾਰੇ ਮੁਲਕ ਨੂੰ ਯਾਦ ਕਰਨ ਦੀ ਹੋ ਸਕਦੀ ਹੈ। ਔਰ ਜਿਸ ਹਿਸਾਬ ਨਾਲ 50 ਸਾਲਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਭਾਵ ਥੱਲੇ ਸਿੱਖ ਰਾਜ ਨੇ ਆਪਣਾ ਵਿਸਥਾਰ ਕੀਤਾ, ਦੇਖੋ ਵੀ ਅਫਗਾਨਿਸਤਾਨ ਦੇ ਬਾਰਡਰ ਤੋਂ ਲੈ ਕੇ ਤਿੱਬਤ ਤੱਕ, ਤੇ ਇੱਧਰ ਸਿੰਧ ਤਾਂ ਹੋਰ ਸਾਰੇ ਜਿਹੜੇ ਇਲਾਕੇ ਆ, ਇੱਧਰ ਸਤਲੁਜ ਤੱਕ, ਲਦਾਖ, ਚੀਨ ਦੇ ਬਾਰਡਰ ਤੱਕ ਸਾਰਾ। ਬਿਲਕੁਲ। ਤੇ ਗਾਂ ਮਤਲਬ ਵੀ ਕੀ ਹੋਣਾ ਸੀਗਾ, ਸਤਲੁਜ ਪਾਰ ਕਰਕੇ ਗਾਂ ਦਿੱਲੀ ਤੇ ਬਾਕੀ ਸਾਰੇ ਇਲਾਕੇ, ਜਾਣੀ ਮਤਲਬ ਵੀ 1947 ਤੋਂ ਪਹਿਲਾਂ ਹੀ ਹਿੰਦੁਸਤਾਨ ਆਜ਼ਾਦ ਕਰਾਉਣਾ ਸੀ ਮਹਾਰਾਜ ਨੇ, ਜੇ ਸਕਸੈਸਰ ਹੁੰਦੇ। ਪਰ ਇਸ ਪਾਸੇ ਆਪਾਂ ਨਹੀਂ ਜਾਂਦੇ ਪਏ, ਇੱਧਰ ਨੂੰ ਕਿਉਂ ਨਹੀਂ, ਜਿਹੜਾ ਨਹੀਂ ਹੋਇਆ, ਨਹੀਂ ਹੋਇਆ, ਆਪਾਂ ਨੂੰ ਪਤਾ ਵੀ ਹੈਗਾ ਬਹੁਤਾ। ਤੇ ਮਾਡਰਨ ਯੁੱਗ ਦੇ ਵਿੱਚ ਜਿਹੜੀਆਂ ਲਹਿਰਾਂ ਉੱਠੀਆਂ ਹੈਗੀਆਂ, ਹਾਂਜੀ, ਹਮਲੇ ਨੂੰ ਰੋਕਣ ਵਾਸਤੇ, ਅੰਦਰੂਨੀ ਜਾਗਰਤੀ ਲਿਆਉਣ ਵਾਸਤੇ, ਸਮਾਜ ਨੂੰ ਗਠਨ ਕਰਨ ਵਾਸਤੇ, ਜੇ ਅੰਗਰੇਜ਼ਾਂ ਦਾ, ਮੁਗਲਾਂ ਨੂੰ ਕੱਢ ਕੇ ਜੇ ਅੰਗਰੇਜ਼ਾਂ ਦਾ ਰਾਜ ਆ ਗਿਆ, ਉਹਨਾਂ ਤੋਂ ਆਜ਼ਾਦ ਹੋਣ ਲਈ ਅਗਰ ਆਜ਼ਾਦੀ ਦੀਆਂ ਲਹਿਰਾਂ ਖੜੀਆਂ ਹੋਈਆਂ, ਤੇ ਉਹ ਵੀ ਪੰਜਾਬ ਦੇ ਲੋਕਾਂ ਨੇ ਖੜੀਆਂ ਕੀਤੀਆਂ, ਉਹ ਵੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਆਧਾਰਿਤ ਹੋਈਆਂ। ਚਾਹੇ ਉਹ ਮਤਲਬ ਆਪਾਂ ਆਪਣੇ ਕਾਮਾ ਘਾਟਾ ਮਾਰੂ ਤੋਂ ਲੈ ਕੇ ਗਦਰ ਪਾਰਟੀ ਲਹਿਰ ਦੀ ਗੱਲ ਕਰ ਲਈਏ, ਚਾਹੇ ਹਿੰਦੁਸਤਾਨ ਦੇ ਵਿੱਚ ਬਾਕੀ ਲਹਿਰਾਂ ਦੀ ਗੱਲ ਕਰ ਲਈਏ, ਉਹਦੇ ਪਿੱਛੇ ਸਾਰਾ ਜਿਹੜਾ ਸਿਧਾਂਤ ਆ, ਜਿਹੜਾ ਉਤਸ਼ਾਹ ਸੀਗਾ, ਸਪਿਰਿਟ ਸੀ, ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ। ਖਾਲਸੇ ਦੀ ਸਿਰਜਣਾ ਵੀ ਤਾਂ ਗੁਰੂ ਨਾਨਕ ਦਾ ਫਲਸਫਾ ਹੀ ਆ। ਬਿਲਕੁਲ ਬਿਲਕੁਲ। ਜਿਹੜਾ ਨਾਰੰਗ ਹੈ ਇਤਿਹਾਸਕਾਰ ਉਹ ਆਖਦਾ ਵੀ ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਫੜਾਈ, ਉਹਦਾ ਫੌਲਾਦ
ਗੁਰੂ ਨਾਨਕ ਨੇ ਕੰਮ ਕੀਤਾ, ਯਾਨੀ ਫਲਸਫਾ ਗੁਰੂ ਨਾਨਕ ਬਿਲਕੁਲ ਫਲਸਫਾ, ਬਿਲਕੁਲ ਗੁਰੂ ਨਾਨਕ ਦਾ ਫਲਸਫਾ, ਹੀ ਸੀਗਾ। ਹਾਂਜੀ ਬਿਲਕੁਲ ਬਿਲਕੁਲ। ਤੇ ਫਿਰ ਦੇਖੋ ਭਈ ਉਹਦੇ ਨਾਲ ਨਾਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆਪਾਂ ਬਤੌਰ ਸਿੱਖ ਇਤਿਹਾਸਕਾਰ ਵੀ ਤੇ ਫਲਸਫਾਕਾਰ ਵੀ ਜਿਹੜੀਆਂ ਨਹੀਂ ਅਜੇ ਬਾਹਰ ਲਿਆ ਸਕੇ, ਹੋ ਸਕਦਾ ਅਗਾਂਹ ਨੂੰ ਲਿਆ ਆਉਣਗੀਆਂ। ਜਿਨ੍ਹਾਂ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ, ਹਾਂਜੀ, ਜਿੱਥੇ ਸਿੱਖ ਸੰਗਤ ਜੋੜੀ, ਉਹਨਾਂ ਇਲਾਕਿਆਂ ਦੇ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ, ਉੱਥੇ ਸਿੰਘ ਪੁੰਜੇ ਜੀ, ਤੇ ਜਿਹੜੇ 5 ਪਿਆਰੇ ਬਣੇ ਵੀ ਉਹ ਵੀ ਉਹਨਾਂ ਇਲਾਕਿਆਂ ਦੇ ਨਾਲ ਜੁੜੇ ਹੋਏ ਸੀ ਜੀ। ਤੇ ਇਹਦਾ ਮਤਲਬ ਇਹ ਨਿਕਲਦਾ ਹੈਗਾ ਕਿ ਦਰਅਸਲ ਪਟਨਾ ਸਾਹਿਬ ਤੋਂ ਲੈ ਕੇ ਪੰਜਾ ਸਾਹਿਬ ਤੱਕ ਤੇ ਨੰਦੇੜ ਤੋਂ ਆਪਣੇ ਨਨਕਾਣਾ ਸਾਹਿਬ ਤੱਕ ਜਿਹੜਾ ਸਾਰਾ ਵਿਸ਼ਾਲ ਇਲਾਕਾ ਤੇ ਆਲੇ ਦੁਆਲੇ ਵੀ, ਉਹਦੇ ਵਿੱਚ ਜਿਹੜੀ ਜਾਗਰਤੀ ਦੀ ਭਾਵਨਾ ਆ ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੇ ਲੈਂਦੀ ਹੈਗੀ ਆ ਜੀ। ਤੇ ਇਸ ਨੂੰ ਰੂਪਕ ਤੌਰ ਤੇ ਆਜ਼ਾਦੀ ਦੀ ਲਹਿਰ ਨੂੰ ਅੰਗਰੇਜ਼ਾਂ ਦੇ ਖਿਲਾਫ ਕਾਮਯਾਬੀ ਜਿਹੜੀ ਮਿਲੀ ਆ, ਉਹ ਵੀ ਜਿੱਥੇ ਤੱਕ ਹਰਾਉਣ ਦੀ ਗੱਲ ਸੀ ਅੰਗਰੇਜ਼ਾਂ ਨੂੰ, ਉਹ ਵੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਵਿੱਚ ਉਭਰੀ ਹੈਗੀ ਆ। ਚਾਹੇ ਉਹ ਮਤਲਬ ਕਿ ਉਹਦਾ ਕੋਈ ਵੀ ਰੂਪ ਸੀਗਾ, ਚਾਹੇ ਉਹ ਭਗਤ ਸਿੰਘ ਦੀ ਸ਼ਹੀਦੀ ਲੈ ਲਓ, ਚਾਹੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਲੈ ਲਓ, ਚਾਹੇ ਕਾਮਾ ਘਾਟਾ ਮਾਰੂ ਦਾ ਕਿੱਸਾ ਲੈ ਲਓ, ਚਾਹੇ ਆਪਣੇ ਜਿਹੜੀ ਹੈਗੀ ਲਹਿਰ ਅਮਰੀਕਾ ਤੋਂ ਸ਼ੁਰੂ ਹੋਈ ਉਹਦੀ ਗੱਲ ਕਰ ਲਓ, ਗਦਰ ਪਾਰਟੀ ਲਹਿਰ ਦੀ, ਉਹਦੇ ਪਿੱਛੇ ਸਾਰੀ ਜਿਹੜੀ ਸਪਿਰਿਟ ਸੀਗੀ ਉਹ ਹੈਗੀ ਆ। ਹੁਣ ਮਤਲਬ ਜਿਹੜੀ ਸਸਟੇਨੇਬਿਲਿਟੀ ਹੈਗੀ ਹੈ ਹਿੰਦੁਸਤਾਨ ਦੀ, ਉਹ ਵੀ ਐਕਚੁਅਲੀ ਸਿੱਖੀ 'ਤੇ ਡਿਪੈਂਡੈਂਟ ਹੈਗੀ ਆ। ਇਹਨੂੰ ਮਤਲਬ ਕਿ ਜਿਹੜੇ ਮਾਲਕ ਹੈਗੇ ਆ, ਰਾਜ ਕਰਦੇ ਆ, ਗੱਦੀਆਂ 'ਤੇ ਬੈਠੇ ਆ, ਉਹ ਸਿੱਧੇ ਤੌਰ 'ਤੇ ਐਕਨੋਲੇਜ ਕਰਨ ਚਾਹੇ ਨਾ ਕਰਨ। ਇਹ ਮਤਲਬ ਕਿ ਬਿਲਕੁਲ ਸਪਸ਼ਟ ਆ ਕਿ ਚਾਈਨਾ ਦਾ ਬਾਰਡਰ ਹੋਵੇ, ਚਾਹੇ ਪਾਕਿਸਤਾਨ ਦਾ ਬਾਰਡਰ ਹੋਵੇ, ਤੇ ਚਾਹੇ ਅੰਦਰੂਨੀ ਆ, ਉਹ ਪੰਜਾਬ ਸਥਿਰ ਆ ਤਾਂ ਹਿੰਦੁਸਤਾਨ ਸਥਿਰ ਹੈ, ਜੇ ਪੰਜਾਬ ਸਥਿਰ ਨਹੀਂ ਤਾਂ ਬਾਕੀ ਹਿੰਦੁਸਤਾਨ ਵੀ ਸਥਿਰ ਨਹੀਂ। ਔਰ ਖਾਸ ਕਰਕੇ ਮਤਲਬ ਜਿਹੜਾ ਮੌਜੂਦਾ ਯੁੱਗ ਦੇ ਵਿੱਚ ਕਿਰਸਾਨੀ ਲਹਿਰ ਨੇ ਆਪਣੇ ਪਹਿਲਾਂ ਵੀ ਮੋਰਚੇ ਹੋਏ ਆ, ਪਰ ਕਿਰਸਾਨੀ ਲਹਿਰ ਨੇ ਤਾਂ ਬਿਲਕੁਲ ਸਾਬਤ ਕਰਤਾ ਨਾ ਕਿ ਅਗਰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਜਿਹੜੀ ਸਪਿਰਿਟ ਆ, ਸਦਾਚਾਰ ਆ, ਉਹ ਨਾ ਹੁੰਦਾ ਤਾਂ ਇਹ ਕਦੇ ਕਾਮਯਾਬੀ ਨਹੀਂ ਸੀ ਹੋ ਸਕਦੀ। ਔਰ ਇਹਨੂੰ ਮਤਲਬ ਕਿ ਜੇ ਰਿਸਪੌਂਡ ਕੀਤਾ ਗੁਰਦੁਆਰੇ ਮੱਥਾ ਟੇਕ ਕੇ ਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਉਹ ਵੀ ਇਸੇ ਕਰਕੇ ਹੋਇਆ ਜੀ, ਕਾਮਯਾਬੀ ਹੋਈ ਹੈ। ਔਰ ਇਹਦਾ ਜਿਹੜਾ ਹੋਰ ਪਹਿਲੂ ਜਿਹੜਾ ਖਾਸ ਕਰਕੇ ਲੇਟੈਸਟ ਮਾਡਰਨ ਪਹਿਲੂ ਹੈਗਾ, ਉਹ ਹੈਗਾ ਕਿ ਆਪਾਂ ਨੂੰ ਪਤਾ ਹੈ ਕਿ ਵਰਤਮਾਨ ਯੁੱਗ ਦੇ ਵਿੱਚ ਸਾਰੀ ਮਨੁੱਖਤਾ ਦਾ ਜਿਹੜਾ ਭਵਿੱਖ ਆ ਉਹ ਦਾਅ 'ਤੇ ਲੱਗਾ ਹੈ ਜੇ ਵਾਤਾਵਰਨ ਸਹੀ ਨਾ ਰਿਹਾ ਜੀ। ਖੁਰਾਸਾਨ ਖਜ਼ਵਾਨਾ ਕੀ ਹੈ ਤੋਂ ਗੱਲ ਸ਼ੁਰੂ ਕਰਕੇ ਤੇ ਆਪਣੇ ਦੇਖ ਲਓ ਵੀ ਜਿਹੜਾ ਵਾਤਾਵਰਨ ਹੈਗਾ ਉੱਥੇ ਤੇ ਲਿਆਉਣੀ ਹੋਵੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ, ਤੇ ਜੇ ਮਤਲਬ ਕਿ ਧਰਤੀ ਸਾਫ ਸੁਥਰੀ ਨਹੀਂ ਗੀ, ਜਿਹੜੀ ਪੌਣ ਆ ਹਵਾ ਸਾਫ ਸੁਥਰੀ ਨਹੀਂ ਹੈਗੀ, ਤੇ ਜੇ ਮਤਲਬ ਕਿ ਜਲ ਸਾਫ ਸੁਥਰਾ ਨਹੀਂ ਹੈਗਾ ਤੇ ਜਿਹੜੀ ਮਨੁੱਖਤਾ ਆ ਉਹ ਬਚ ਨਹੀਂ ਸਕਦੀ ਜੀ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਤਬਦੀਲੀ ਆ ਉਹ ਤਾਂ ਆਲ ਰਾਊਂਡ ਹੈਗੀ ਆ। ਇਹਨੂੰ ਮਤਲਬ ਕਿ ਓਪਨਲੀ ਓਨੈਸਟਲੀ ਦਿਆਨਤਦਾਰੀ ਦੇ ਨਾਲ ਆਪਣੇ ਜਿਹੜੇ ਸ਼ਾਸਕ ਆ ਉਹਨੂੰ ਐਕਨੋਲੇਜ ਕਰਦੇ ਜਾਂ ਨਹੀਂ ਕਰਦੇ, ਉਹ ਆਪਣੇ ਆਪ ਦੇ ਵਿੱਚ ਵੱਖਰੀ ਗੱਲ ਆ, ਉਹਦੇ ਵਿੱਚ ਸਾਡੀ ਵੀ ਜ਼ਿੰਮੇਵਾਰੀ ਆ। ਗੱਲ ਤਕਰੀਬਨ ਤੋਂ ਸ਼ੁਰੂ ਹੀ ਹੋ ਗਈ ਤੇ ਗੁਰੂ ਨਾਨਕ ਸਾਹਿਬ ਦੇ ਰਾਜਨੀਤਿਕ ਫਲਸਫੇ ਦਾ ਭਾਰਤੀ ਉਪ ਮਹਾਦੀਪ ਦੀਆਂ ਰਾਜਨੀਤਿਕ ਚੇਤਨਤਾ ਜਿਹੜੀ ਸੀ ਉਹਦੇ ਤੇ ਕੀ ਪ੍ਰਭਾਵ ਪਿਆ, ਅਤੇ ਸੰਸਾਰ ਦੇ ਜਿਹੜੇ ਹੋਰ ਅਗਾਂਹ ਵਧੂ ਫਲਸਫੇ ਸੀਗੇ ਉਹਨਾਂ ਨੇ ਗੁਰੂ ਨਾਨਕ ਫਲਸਫੇ ਦਾ ਕੀ ਅਸਰ ਖੋਲਿਆ? ਹਾਂਜੀ ਦੇਖੋ, ਬਹੁਤ ਸਾਰੇ ਲੋਕ ਹੋ ਸਕਦਾ ਇਹਦੇ ਨਾਲ ਨਾ ਸਹਿਮਤ ਹੋਣ, ਪਰ ਜੇ ਤੁਸੀਂ ਇੰਡੀਆ ਦਾ ਕਨਸਟੀਟਿਊਸ਼ਨ ਚੱਕੋ, ਇੰਡੀਆ ਦੇ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਪੜ੍ਹੋ ਤੇ ਵੱਖਰੇ ਲਫ਼ਜ਼ਾਂ ਦੇ ਵਿੱਚ ਬਿਲਕੁਲ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਜੀ। ਉਹ ਤੇ ਅਮਲ ਕੋਈ ਨਹੀਂ ਕਰਦਾ, ਆਪਾਂ ਨੂੰ ਪਤਾ ਵੀ ਕਿੰਨਾ ਇਨਸਾਫ ਮਿਲਦਾ, ਕਿੰਨੀ ਬਰਾਬਰਤਾ, ਕਿੰਨਾ, ਉਹ ਸਾਰਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ। ਜੇ ਤੁਸੀਂ ਯੂਨਾਈਟਿਡ ਨੇਸ਼ਨ ਦਾ ਪ੍ਰੀਐਂਬਲ ਪੜ੍ਹੋ, ਉਹ ਵੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈਗਾ ਜੀ। ਤੇ ਹੁਣ ਮਤਲਬ ਵੀ ਗਾਂਹ ਜਿਹੜੀਆਂ ਤਬਦੀਲੀਆਂ ਆ ਰਹੀਆਂ ਹੈਗੀਆਂ ਉਹਦੇ ਵਿੱਚ ਵੀ ਜਿਹੜੀ ਅਗਵਾਈ ਆ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਾਫੀ ਪਰਪੱਕਤਾ, ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਹੀ ਇੰਨਾ ਪਾਵਰਫੁਲ ਹੈ ਕਿ ਦੁਨੀਆ ਦੇ ਲਈ ਜੋ ਵੀ ਇੰਨਾ ਕਲਿਆਣਕਾਰੀ ਆ ਵੀ ਉਹ ਦੁਨੀਆ ਦੀ ਜੋ ਵੀ ਕਲਿਆਣਕਾਰੀ ਗੱਲ ਹੋਊਗੀ ਉਹਦੇ ਪਿੱਛੇ ਗੁਰੂ ਨਾਨਕ ਖੜਾ ਨਜ਼ਰ ਆਊਗਾ ਜਾਂ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ। ਹਾਂਜੀ। ਤੇ ਦੂਜਾ ਮਤਲਬ ਇਹ ਹੈਗਾ ਕਿ ਸਾਰੇ ਵਿਸ਼ਵ ਦੇ ਵਿੱਚ ਅਗਰ ਨਿਰੰਤਰ ਕਿਸੇ ਸਿਧਾਂਤ ਦਾ ਗੁਰਬਾਣੀ ਦੇ ਰੂਪ ਦੇ ਵਿੱਚ ਪ੍ਰਚਾਰ ਹੁੰਦਾ ਤਾਂ ਉਹ ਗੁਰਬਾਣੀ ਦਾ ਹੁੰਦਾ, ਔਰ ਸਭ ਤੋਂ ਵੱਧ ਅਗਰ ਪੜ੍ਹਿਆ ਤੇ ਸੁਣਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਜੀ। ਸੋ ਇਸ ਕਰਕੇ ਜਾਨੀ ਮਤਲਬ ਕਿ ਹੁਣ ਤਾਂ 15ਵੀਂ ਸਦੀ ਦੀ ਗੱਲ ਹੈ ਨਾ, 1500-1600 ਸਾਲ ਮਤਲਬ ਕਿ ਉਹਨਾਂ ਸਦੀਆਂ ਦੀ ਗੱਲ ਹੈਗੀ ਹੈ। ਪਰ ਮੱਧ ਯੁੱਗ ਦੇ ਵਿੱਚ ਸਭ ਤੋਂ ਵੱਡਾ
ਪ੍ਰਕਾਸ਼ਕ ਤੇ ਐਡੀਟਰ ਤੇ ਪ੍ਰਕਾਸ਼ਵਾਨ ਉਹ ਮਤਲਬ ਵੀ ਗੁਰੂ ਨਾਨਕ ਸਾਹਿਬ ਉਹਦੇ originator, ਗੁਰੂ ਅਰਜਨ ਸਾਹਿਬ ਉਹਦੇ ਐਡੀਟਰ ਤੇ ਬਾਕੀ ਮਤਲਬ ਵੀ ਸਿੱਖ ਪਰੰਪਰਾਵਾਂ ਦੇ ਮੁਤਾਬਕ ਉਹਦੀ ਛਪਾਈ ਤੇ ਰੂਪਮਾਨਤਾ ਤੇ ਉਹਦਾ ਨਿਰੰਤਰ ਪ੍ਰਚਾਰ ਤੇ ਅੱਜ ਤੱਕ ਕਹਿ ਲਓ ਵੀ 24 ਘੰਟੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਆ ਉਹ ਉਚਾਰੀ ਜਾਂਦੀ ਹੈ, ਪੜ੍ਹੀ ਜਾਂਦੀ ਹੈ, ਸੁਣੀ ਜਾਂਦੀ ਹੈ ਵਿਸ਼ਵ ਪੱਧਰ ਤੇ ਹਰਿਮੰਦਰ ਸਾਹਿਬ ਤੋਂ। ਇਹ ਮਤਲਬ ਵੀ ਆਪਣੇ ਆਪ ਦੇ ਵਿੱਚ ਇੱਕ ਅਦੁੱਤੀ ਮਿਸਾਲ ਹੈਗੀ ਆ। ਹੋਰ ਦੱਸੋ ਇਹ ਮਿਸਾਲ ਕਿੱਥੇ ਹੈਗੀ? ਕਿਤੇ ਨਹੀਂ ਹੈਗੀ। ਔਰ ਉੱਥੇ ਤੁਸੀਂ ਦੇਖ ਲਓ ਵੀ ਰੋਜ਼ ਦੇ ਲੱਖਾਂ ਲੋਕ ਲੰਗਰ ਛਕ ਕੇ ਤੇ ਸਾਰੀ ਆਪਣੀ ਜਿਹੜੀ ਮਨ ਦੀ ਆਸਥਾ ਪੂਰੀ ਕਰਦੇ ਹੈਗੇ। ਦੁਨੀਆ ਭਰ ਚ ਕਹਿੰਦੇ ਵੀ ਉਦੋਂ ਵੱਡੀ ਰਸੋਈ ਤਾਂ ਹੋਰ ਕਿਸੇ ਨਹੀਂ, ਉਦੋਂ ਵੱਡੀ ਇਹ ਗੱਲ ਦੁਨੀਆ ਮੰਨਦੀ ਆ। ਫਿਰ ਉਸ ਪੱਧਰ ਤੇ ਅਸੀਂ ਉਹ ਲਾਸਾ ਦੀ ਪਹਿਲਾਂ ਆਪਣੇ ਪਿਛਲੇ ਐਪੀਸੋਡ ਤੇ ਗੱਲ ਕਰਦੇ ਸੀਗੇ। ਲਾਸਾ ਦੇ ਵਿੱਚ ਕਿਉਂਕਿ ਬੁੱਧ ਧਰਮ ਦਾ ਕੇਂਦਰ ਹੈ ਕਿਸਮ ਦਾ ਆਪਣੇ ਆਪ ਦੇ ਵਿੱਚ ਉਹ ਸਦੀਆਂ ਤੋਂ, ਉੱਥੇ ਤਕਰੀਬਨ ਇੱਕ ਜਿਹੜੀ ਮੱਠ ਹੈਗਾ, ਮੋਨਸਟਰੀ ਉਹਨੂੰ ਕਹਿੰਦੇ ਆ, ਉਸ ਮੋਨਸਟਰੀ ਦੇ ਵਿੱਚ ਉਹਨਾਂ ਦਾ ਟ੍ਰੇਨਿੰਗ ਕਾਲਜ ਆ ਜੀ। ਉਸ ਟ੍ਰੇਨਿੰਗ ਕਾਲਜ ਦੇ ਵਿੱਚ ਕਿਸੇ ਵੇਲੇ 5000 ਭਿਖਸ਼ੂ ਵਿਦਿਆਰਥੀ ਹਰ ਵੇਲੇ ਹੁੰਦੇ ਸੀਗੇ ਜਿਹੜੇ ਮਤਲਬ ਕਿ ਸਿੱਖਿਆ ਲੈ ਕੇ ਵਿਸ਼ਵ ਭਰ ਦੇ ਵਿੱਚ ਉਹ ਪ੍ਰਚਾਰ ਲਈ ਜਾਂਦੇ ਸੀਗੇ ਜੀ। ਤੇ ਅਸੀਂ ਉਹ ਸਾਰਾ ਪਤਾ ਕੀਤਾ ਕਿ ਹੁਣ 500 ਵੀ ਹੈ ਨੇ ਜੀ। ਇਹਦਾ ਸਿਰਫ ਕਾਰਨ ਇਹ ਹੈਗਾ ਕਿ ਉੱਥੇ ਦਾ ਕਮਿਊਨਿਸਟ ਰਜੀਮ ਹੈ, ਉਹ ਚਾਹੁੰਦਾ ਨਹੀਂ ਵੀ ਜਿਹੜੀ ਬੁੱਧਿਜ਼ਮ ਹੈ ਉਹ ਪ੍ਰੋਸਪਰ ਹੋ ਸਕੇ। ਔਰ ਮੌਸਕਾਂ ਦੇ ਉੱਪਰ ਜਿਹੜੇ ਆਪਣੇ ਚਾਈਨਾ ਦੇ ਨੈਸ਼ਨਲ ਫਲੈਗ ਆ ਉਹ ਲੱਗੇ ਹੋਏ ਹੈਗੇ ਆ, ਉਹ ਬੋਧੀ ਫਲੈਗ ਨਹੀਂ ਲੱਗੇ ਹੋਏ ਹੈਗੇ। ਪਰ ਦੇਸ਼ ਦੇ ਵਿੱਚ ਸਾਡੀਆਂ ਜਿੰਨੀਆਂ ਮਰਜ਼ੀ ਮਤਲਬ ਕਿ ਆਪੋ ਵਿੱਚ ਹੀ ਕਹਿ ਲਓ ਕਿ ਮੁਸ਼ਕਿਲਾਂ ਹੋਣ, ਪਰ ਫਿਰ ਵੀ ਗੁਰਸਥਾਨਾਂ ਤੇ ਨਿਸ਼ਾਨ ਸਾਹਿਬ ਝੂਲਦੇ ਹੈਗੇ। ਔਰ ਹੁਣ ਤਾਂ ਮਤਲਬ ਵੀ ਦੇਖ ਲਓ ਵੀ ਜਨਵਰੀ ਦੇ ਵਿੱਚ ਸਿੰਘਾਂ ਨੇ ਮੁੜ ਕੇ ਫੇਰ ਝੰਡਾ ਚਲਾਤਾ ਜੀ ਲਾਲ ਕਿਲੇ ਤੇ। ਮੇਰੇ ਗੱਲ ਕਰਨ ਦਾ ਭਾਵ ਹੈਗਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹ ਸਮਝਣਾ ਚਾਹੀਦਾ ਕਿ ਹਿੰਦੁਸਤਾਨ ਦੀ ਆਪਣਾ ਵਜੂਦ ਔਰ ਈਵਨ ਹਿੰਦੁਸਤਾਨ ਦਾ ਜਿਹੜਾ ਆਪਣਾ ਝੰਡਾ ਵੀ ਹੈ ਔਰ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ, ਇਹਦੀ ਜਿਹੜੀ ਮਤਲਬ ਵੀ ਇੱਕ ਕਿਸਮ ਦੀ ਸਥਾਪਤੀ ਹੈਗੀ ਆ, ਉਹ ਅੰਡਰਪਿਨਿੰਗ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਰਦਾ ਹੈਗਾ। ਉਹ ਤੋਂ ਬਿਨਾਂ ਆਪਣੇ ਆਪ ਦੇ ਵਿੱਚ ਕੰਮ ਪ੍ਰੈਕਟੀਕਲ ਤੌਰ ਤੇ ਵੀ ਜਦੋਂ ਪੰਜਾਬ ਵਿਗੜਿਆ ਤੇ ਦੇਸ਼ ਕੰਗਾਲ ਹੋਣ ਤੇ 1984 ਦਰਬਾਰ ਸਾਹਿਬ ਤੇ ਹਮਲਾ ਹੋਇਆ ਬਿਲਕੁਲ ਉਹਦਾ ਪ੍ਰਤੀਕਰਮ ਹੋਣਾ ਹੀ ਸੀਗਾ। ਇਹ ਇੰਦਰਾ ਦਾ ਕਤਲ ਹੋਇਆ ਤੇ ਉਹਦਾ ਪ੍ਰਤੀਕਰਮ ਹੋਣਾ ਸੀ। ਦਿੱਲੀ 'ਚ ਕਤਲੇਆਮ ਹੋਇਆ। ਉਦੋਂ ਬਾਅਦ ਜਿਹੜਾ ਪੰਜਾਬ ਇਦਾਂ ਤਰ੍ਹਾਂ ਦਾ ਵੀ ਪੰਜਾਬ ਉੱਠ ਖੜਾ ਹੋਇਆ ਜਦੋਂ ਸਾਰਾ, ਤੇ ਉਹ ਬਹੁਤ ਬੇਸ਼ੱਕ ਆਪਾਂ ਕਹਿੰਦੇ ਸਾਰੇ ਨਹੀਂ ਉੱਠੇ, ਗਿਣਤੀ ਦੇ ਸੀਗੇ, ਪਰ ਗਿਣਤੀ ਦਿਆਂ ਨੇ ਪੂਰੇ ਹਿੰਦੁਸਤਾਨ ਨੂੰ ਕੰਗਾਲ ਕਰ ਦਿੱਤਾ ਸੀਗਾ। ਕੰਗਾਲ ਇੱਥੇ ਤੱਕ ਕਰ ਦਿੱਤਾ ਕਿ ਰਾਜੀਵ ਗਾਂਧੀ ਦੇ ਵੇਲੇ ਤੱਕ ਇਹਨਾਂ ਨੂੰ ਇਹ ਦੇਸ਼ ਦਾ ਜਾਣੀ ਕਿ ਜਿਹੜਾ ਆਰਥਿਕ ਢਾਂਚਾ ਬਚਾਉਣਾ ਔਖਾ ਹੋ ਗਿਆ ਸੀਗਾ। ਉਹ ਤੇ ਚੰਗੀ ਕਿਸਮਤ ਨਰਸਿਮਹਾ ਰਾਓ ਬਾਅਦ ਚ ਮਨਮੋਹਨ ਸਿੰਘ ਨੂੰ ਲਾਇਆ ਤੇ ਫਿਰ ਇੱਕ ਸਿੱਖ ਨੇ ਬਚਾ ਲਿਆ, ਇੱਦਾਂ ਕਹਿ ਲਈਏ ਨਾ। ਸੋ ਪੰਜਾਬ ਖੜਾ ਹੈ ਤੇ ਦੇਸ਼ ਖੜਾ ਆ, ਇਹ ਤਾਂ ਪ੍ਰੈਕਟੀਕਲ ਤੌਰ ਤੇ ਦੁਨੀਆ ਦੇਖ ਚੁੱਕੀ ਹੋਈ ਆ। ਮੇਰਾ ਸਵਾਲ ਇਹ ਸਵਾਲਾਂ ਚੋਂ ਨਿਕਲਦਾ ਆ, ਗੁਰੂ ਨਾਨਕ ਸਾਹਿਬ ਦੇ ਰਾਜਨੀਤਿਕ ਫਲਸਫੇ ਦੀ ਅਹਿਮੀਅਤ ਅਜੋਕੇ ਸਮੇਂ 'ਚ ਕਿਤਨੀ ਕੁ ਆ ਸੰਸਾਰ ਪੱਧਰ ਤੇ? ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਉਹਦੀ ਜਿਹੜੀ ਅਜੋਕੀ ਅਹਿਮੀਅਤ ਹੈ ਨਾ, ਉਹਦੇ ਵਿੱਚ ਆਪਾਂ ਬਤੌਰ ਸਿੱਖ ਇਹ ਗੱਲ ਸਪਸ਼ਟ ਤੌਰ ਤੇ ਸਮਝਦੇ ਵੀ ਆ, ਸਮਝਣੀ ਚਾਹੀਦੀ ਵੀ ਆ, ਔਰ ਇਹ ਤੇ ਹੋਰ ਕੰਮ ਹੋਣ ਦੀ ਲੋੜ ਹੈਗੀ ਆ ਜੀ। ਤੁਹਾਡਾ ਰਾਜ ਇਸੇ ਰੂਪ ਦੇ ਵਿੱਚ ਨਹੀਂ ਹੋ ਸਕਦਾ ਵੀ ਤੁਸੀਂ ਆਪ ਸ਼ਾਸਕ ਆ ਤੇ ਤੁਹਾਡੇ ਆਪਣੇ ਪ੍ਰਬੰਧਕ ਆ, ਤੁਹਾਡੀ ਆਪਣੀ ਫੌਜ ਆ ਤੇ ਤੁਹਾਡੇ ਕੰਟਰੋਲ ਦੇ ਵਿੱਚ ਸਭ ਕੁਝ ਆ। ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਆ ਉਹ ਸਿਧਾਂਤਕ ਆ ਜੀ, ਔਰ ਉਹਦੇ ਅਸੂਲ ਹੈਗੇ ਆ, ਉਹਦੀਆਂ ਬਹੁਤ ਸਾਰੀਆਂ ਪਰਤਾਂ ਹੈਗੀਆਂ ਜੀ। ਉਹਨਾਂ ਜਿਹੜੀਆਂ ਸਾਰੀਆਂ ਪਰਤਾਂ ਨੂੰ, ਸਾਰੀਆਂ ਡਾਇਮੈਂਸ਼ਨਸ ਨੂੰ ਲਾਗੂ ਕਰਨਾ ਵਿਸ਼ਵ ਭਰ ਦੇ ਵਿੱਚ ਜੀ, ਉਹ ਮਤਲਬ ਵੀ ਕਰਨਾ ਔਰ ਹੋ ਰਿਹਾ। ਹੋਰ ਕਿਵੇਂ ਰਿਹਾ? ਯੂਨਾਈਟਿਡ ਨੇਸ਼ਨ ਆਪਣੇ ਲੀਗ ਆਫ ਨੇਸ਼ਨ ਤੋਂ ਬਾਅਦ ਪੈਦਾ ਹੋਈ ਸੀਗੀ ਜੀ, ਔਰ ਉਹਦੇ ਵਿੱਚ ਸਭ ਤੋਂ ਵੱਡਾ ਅਸੂਲ ਇਹ ਹੋਏਗਾ ਵੀ ਸਾਰੀਆਂ ਸਟੇਟਾਂ ਨੂੰ ਨਾਲ ਜੋੜ ਕੇ ਅਗਾਂਹ ਤੁਰਿਆ ਜਾਵੇ, ਔਰ ਜਿਹੜੇ ਵਰਲਡ ਵਾਰ 1, 2 ਹੋਏ ਹੈਗੇ ਆ, ਤੀਜਾ ਵਰਲਡ ਵਾਰ ਨਾ ਹੋਵੇ ਜੀ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਵੇਂ ਆਪਣਾ ਲੈ ਲਈਏ ਸਿਧਾਂਤ ਆਪਣੇ ਅਕਾਲ ਤਖਤ ਸਾਹਿਬ ਦਾ ਜੀ, ਜੇ ਆਪਾਂ ਕਹਿੰਦੇ ਵੀ ਸਰਵੋਤਮ ਸ਼ਕਤੀ ਹੈ ਸਾਡੀ ਜੀ, ਤੇ ਸਾਡੀਆਂ ਮਤਲਬ ਕਿ ਪਰੰਪਰਾਵਾਂ ਦਾ ਸਰਵੋਤਮ ਸਥਾਨ ਆ ਜੀ, ਉੱਥੋਂ ਕੀਤੀ ਉਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਆ ਔਰ ਵਿਸ਼ਵ ਭਰ ਦੇ ਵਿੱਚ ਫੈਲੇ ਸਿੱਖਾਂ ਤੇ ਵੀ ਲਾਗੂ ਹੁੰਦੀ ਆ। ਪਰ ਮੈਂ ਸਮਝਦਾ ਵੀ ਉਹ ਤੋਂ ਅਗਾਂਹ ਸਾਡੇ ਵਿੱਚ ਇੰਨੀ ਸ਼ਕਤੀ ਪੈਦਾ ਹੋਣੀ ਚਾਹੀਦੀ ਹੈ ਕਿ ਸ਼ਿਸ਼ਟਾਚਾਰ ਦੇ ਤੌਰ ਤੇ, ਸਿਧਾਂਤ ਦੇ ਤੌਰ ਤੇ, ਅਸੂਲ ਦੇ ਤੌਰ ਤੇ
ਔਰ ਸਿਧਾਂਤਕ ਤੌਰ ਤੇ ਉੱਥੇ ਜਿਹੜੀ ਗੱਲ ਕੀਤੀ ਹੈ ਉਹ ਸਾਰੇ ਵਿਸ਼ਵ ਦੇ ਵਿੱਚ ਲਾਗੂ ਹੋ ਸਕੇ। ਲਾਗੂ ਇੱਦਾਂ ਹੋ ਸਕੇ ਕਿ ਅਗਰ ਕਹਿ ਲਓ ਕਿ ਵਿਸ਼ਵ ਦੇ ਵਿੱਚ ਕੋਈ ਤਣਾਅ ਪੈਦਾ ਹੁੰਦਾ, ਉਹ ਤੇ ਗੁਰੂ ਨਾਨਕ ਸਾਹਿਬ ਦਾ ਪਰਸਪੈਕਟਿਵ ਕੀ ਆ ਜੀ, ਉੱਥੋਂ ਲਾਗੂ ਹੋਵੇ, ਕਾਲ ਤੱਕ ਤੋਂ ਦੱਸਿਆ ਜਾਵੇ, ਉੱਥੋਂ ਦੱਸਿਆ ਜਾਵੇ ਵੀ ਐਸ ਜਿਹਦਾ ਪੋਪ ਕਦੀ ਕਦੀ ਬੋਲਦਾ ਹੁੰਦਾ ਸੰਸਾਰ ਦੀਆਂ ਸਮੱਸਿਆਵਾਂ। ਬਿਲਕੁਲ ਬਿਲਕੁਲ। ਔਰ ਇਸੇ ਤਰ੍ਹਾਂ ਹੀ ਇਹ ਤਾਂ ਚਲੋ ਵਿਸ਼ਵ ਦੀ ਗੱਲ ਹੋ ਗਈ ਨਾ, ਇਸੇ ਤਰ੍ਹਾਂ ਆਲ ਇੰਡੀਆ ਸਾਰੇ ਹਿੰਦੁਸਤਾਨ ਦੇ ਵਿੱਚ ਚਾਹੇ ਉਹ ਭੁੱਖਮਰੀ ਦੀ ਗੱਲ ਆ ਜੀ, ਚਾਹੇ ਉਹ ਗਰੀਬੀ ਦੀ ਗੱਲ ਆ, ਚਾਹੇ ਉਹ ਕਿਰਸਾਨੀ ਦੀ ਗੱਲ ਆ, ਚਾਹੇ ਉਹ ਮਤਲਬ ਕਿ ਵਾਤਾਵਰਨ ਦੀ ਤਬਦੀਲੀ ਦੀ ਗੱਲ ਹੈਗੀ ਆ, ਤੇ ਚਾਹੇ ਮਾੜੇ ਪ੍ਰਬੰਧ ਦੀ ਗੱਲ ਆ, ਚਾਹੇ ਉਹ ਮਤਲਬ ਕਿ ਕਹਿ ਲਓ ਕਿ ਮੌਜੂਦਾ ਪਾਰਲੀਮੈਂਟ ਦੇ ਵਿੱਚ 500 ਕਿੰਨੇ 40 ਹੈ, ਇਹਦੇ ਵਿੱਚ 283 ਜਾਂ ਕ੍ਰਿਮੀਨਲ ਆ ਜਾਂ ਕ੍ਰਾਈਮ ਦੇ ਉਹਨਾਂ ਦੇ ਦੋਸ਼ ਆ। ਇਹ ਜਿਹੜੇ ਸਫਾਏ ਆ ਇਹ ਸਿਧਾਂਤਕ ਤੌਰ ਤੇ ਉਸ ਸਥਾਨ ਤੋਂ ਅਗਵਾਈ ਦੇ ਨਾਲ ਹੋ ਸਕਦੇ ਹੈਗੇ ਆ। ਸੋ ਇਹ ਜਿਹੜੇ ਪ੍ਰਭਾਵ ਆ ਇਹ ਪੈਦਾ ਕਰਨੇ ਚਾਹੀਦੇ ਆ ਔਰ ਇਹਨਾਂ ਦਾ ਪ੍ਰਚਾਰ ਹੋਣਾ ਚਾਹੀਦਾ, ਕਿਉਂਕਿ ਆਪਾਂ ਮਤਲਬ ਵੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਬਿਲਕੁਲ ਨਹੀਂ ਚੱਲਦੇ ਜਦੋਂ ਆਪਣੇ ਕਸਮਾਨ ਦੇ ਵਿੱਚ ਪੈ ਰਹਿੰਦੇ ਹੈਗੇ ਆ ਤੇ ਇਹ ਤੋਂ ਉੱਪਰ ਉੱਠ ਕੇ ਬਾਹਰ ਨਹੀਂ ਦੇਖਦੇ ਹੈਗੇ ਆਪਣੇ ਤੋਂ। ਹਾਂਜੀ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਰੋਮ ਦਾ ਤੁਸੀਂ ਜ਼ਿਕਰ ਕੀਤਾ ਵੀ ਅੱਜ ਕੱਲ੍ਹ ਉਹ ਗੱਲ ਕੀਤੀ ਜਾ ਰਹੀ ਆ, ਤੇ ਮੈਂ ਉਹ ਪੜ੍ਹ ਰਿਹਾ ਸੀ ਕਿਤੇ ਵੀ ਗੁਰੂ ਨਾਨਕ ਸਾਹਿਬ ਜਦੋਂ ਰੋਮ ਪਹੁੰਚੇ ਨਾ, ਤੇ ਉੱਥੇ ਤਾਂ ਉਹਨਾਂ ਨੇ ਹਾਲੇ ਕਿ ਉਹਦੇ ਬਾਰੇ ਹਾਲੇ ਹੋਰ ਖੋਜ ਦੀ ਲੋੜ ਹੈ, ਉਹਨੇ ਟਾਈਮ ਦਿੱਤਾ 15 ਮਈ 1520। ਹਾਂਜੀ, ਤੇ ਪੋਪ ਦੇ ਨਾਲ ਗੱਲਬਾਤ ਹੋਈ, 15ਵਾਂ ਪੋਪ ਸੀਗਾ, ਔਰ ਉਹਦੇ ਨਾਲ ਜਦੋਂ ਗੱਲਬਾਤ ਹੋਈ ਤੇ ਗੁਰੂ ਨਾਨਕ ਸਾਹਿਬ ਨੇ 2-3 ਵਿਸ਼ਿਆਂ 'ਤੇ ਗੱਲਬਾਤ ਕੀਤੀ। ਹਾਂਜੀ, ਇੱਕ ਵਿਸ਼ਾ ਇਹ ਸੀਗਾ ਕਿ ਜਿਹੜੀ ਈਸਾਈ ਵਪਾਰੀ ਜਾਂ ਰਾਜ ਕਰਨ ਅਫਰੀਕਾ 'ਚ ਜਾਂਦੇ, ਉੱਥੋਂ ਬੰਦੇ ਚੱਕ ਕੇ ਜਹਾਜ਼ ਭਰ ਕੇ ਲੈ ਆਉਂਦੇ ਆ ਤੇ ਗੁਲਾਮ ਬਣਾ ਕੇ ਰੱਖਦੇ, ਇਹ ਗੁਲਾਮ ਪ੍ਰਥਾ ਜਿਹੜੀ ਖਤਮ ਹੋਣੀ ਚਾਹੀਦੀ। ਇੱਕ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ, ਔਰ ਉਹਦੇ ਨਾਲ ਪੰਜਾਬ ਨਾਲ ਕੋਈ ਤਲਕਾਤ ਨਹੀਂ ਸੀ ਜਾਂ ਹਿੰਦੁਸਤਾਨ ਨਾਲ ਕੋਈ ਤਲਕਾਤ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਨੇ ਦੁਨੀਆ ਪੱਧਰ ਦੀ ਗੱਲ ਕੀਤੀ। ਮੈਂ ਕਹਿੰਦਾ ਵੀ ਜੇ ਗੱਲ ਹਾਲੇ ਬੇਸ਼ੱਕ ਖੋਜ ਹੋਣ ਦੀ ਮੁਤਾਜ ਆ ਗੱਲਾਂ, ਪਰ ਜਿਸ ਪੱਧਰ ਦੀ ਗੱਲ ਕੀਤੀ ਗਈ ਕਹੀ ਜਾਂਦੀ ਆ ਸਾਰੇ ਸੰਸਾਰ ਦਾ ਫਿਕਰ, ਇਹ ਗੁਲਾਮ ਪ੍ਰਥਾ ਖਤਮ ਹੋਣੀ ਚਾਹੀਦੀ। ਦੂਜੀ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜਿਹੜਾ ਟਕਰਾਅ ਹੋ ਰਿਹਾ ਹੈਗਾ ਇਸਲਾਮ ਦੇ ਵਿੱਚ ਤੇ ਈਸਾਈ ਦੇ ਵਿੱਚ, ਅਸਾਮ ਨੇ ਇਸਲਾਮ ਕਾਬਜ ਹੋ ਗਿਆ, ਨੇ ਰਸਤੇ ਰੋਕਣੇ ਸ਼ੁਰੂ ਕਰ ਦਿੱਤੇ, ਇਹਨਾਂ ਨੂੰ ਵੱਖਰੇ ਰਸਤੇ ਲੱਭਣੇ ਪਏ। ਕੋਲੰਬਸ ਨੂੰ 1492 ਚ ਅਮਰੀਕਾ ਲੱਭਣ ਚਲ ਗਿਆ, ਇੰਡੀਆ ਲੱਭਦਾ ਵੱਖਰਾ ਰਸਤਾ, ਵਾਸਕੋ ਡੀ ਗਾਮਾ ਨੇ ਵੱਖਰਾ ਰਸਤਾ ਲੱਭਿਆ, ਉਹ ਗੋਆ ਪਹੁੰਚ ਗਿਆ। ਯਾਨੀ ਕਿ ਇਹ ਜਿਹੜੇ ਇੱਕ ਦੂਜੇ ਦੇ ਰਸਤੇ ਰੁਕਣ ਵਾਲੀ ਗੱਲ ਹੋ ਰਹੀ ਆ, ਇਹ ਵੀ ਤੁਹਾਨੂੰ ਆਪਸ ਵਿੱਚ ਬੈਠ ਕੇ ਦੋ ਵੱਡਿਆਂ ਧਰਮਾਂ ਨੂੰ, ਜਿਹੜੇ ਸੰਸਾਰ ਦੇ ਸਭ ਤੋਂ ਵੱਡੇ ਧਰਮ ਆ ਉਸ ਵੇਲੇ ਵੀ ਸੀਗੇ, ਵੀ ਇਹਨਾਂ ਨੂੰ ਬੈਠ ਕੇ ਲੀਡਰਾਂ ਨੂੰ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਕਿ ਮਨੁੱਖਤਾ ਨੂੰ ਗਲੋਬਲ ਵਿਲੇਜ ਬਣਨ ਦਿਓ ਜਿਹੜਾ ਅੱਜ ਬਣਿਆ ਹੈ। ਇਹ ਰਸਤੇ ਨਾ ਇੱਕ ਦੂਜੇ ਦੇ ਰੋਕੋ, ਇੱਕ ਦੂਜੇ ਨੂੰ ਰਸਤੇ ਦਿਓ, ਵਪਾਰੀ ਤੇ ਹਮਲਾ ਨਾ ਹੋਵੇ। ਬੇਸ਼ੱਕ ਰਾਜਨੀਤਿਕ ਕੋਈ ਕਸ਼ੀਦਗੀ ਚੱਲਦੀ ਰਹੇ। ਇਹ 2-3 ਗੱਲਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ। ਇਹਦਾ ਦੇਖੋ ਆਧਾਰ ਗੁਰੂ ਨਾਨਕ ਸਾਹਿਬ ਦਾ ਕੀ ਹੈ ਨਾ ਗੱਲ ਕਰ, ਅਗਰ ਮਤਲਬ ਇਹ ਠੀਕ ਹੈ ਸਬਜੈਕਟ ਟੂ ਵੈਰੀਫਿਕੇਸ਼ਨ ਹੈ, ਖੋਜ ਦੀ ਗੱਲਾਂ ਜਿੱਦਾਂ ਪੜੀਆਂ, ਜੇ ਮਤਲਬ ਇਹ ਕਹ ਲਓ ਵੀ ਆਪਣੇ ਤੌਰ ਤੇ ਹਿਸਟੋਰੀਕਲ ਫੈਕਟ ਹੋਵੇ, ਹਾਂਜੀ, ਉਹਦਾ ਆਧਾਰ ਇਹ ਹੈਗਾ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪ ਕਿਰਤ ਕਰਦੇ ਆ ਬਾਕੀ ਕਿਰਤਿਆਂ ਨੂੰ ਨਾਲ ਜੋੜਿਆ ਜੀ, ਚਾਹੇ ਉਹ ਕਿਰਤ ਦੇ ਰੂਪ ਦੇ ਵਿੱਚ ਔਰ ਦੁਨੀਆ ਭਰ ਦੀ ਚੇਤਨਾ ਦੇ ਰੂਪ ਵਿੱਚ। ਜਿਹੜੇ ਸਿੱਖ ਬਣੇ ਜਾਂ ਸੰਗਤ ਦੇ ਵਿੱਚ ਆਏ ਜਾਂ ਪੰਗਤ ਦੇ ਵਿੱਚ ਸ਼ਾਮਲ ਹੋਏ, ਉਹ ਕੌਣ ਲੋਕ ਸੀਗੇ? ਉਹ ਸਭ ਤੋਂ ਮਤਲਬ ਕਿ ਦਰੜੇ ਲੋਕ ਸੀਗੇ ਹਿੰਦੁਸਤਾਨ ਦੇ ਉਸ ਵੇਲੇ ਦੇ। ਹਾਂਜੀ, ਜਿਹੜੇ ਮਤਲਬ ਕਿ ਚਾਹੇ ਉਹ ਕਿਰਸਾਨੀ ਦੇ ਵਿੱਚ ਕੰਮ ਕਰਦੇ ਸੀਗੇ, ਚਾਹੇ ਮਤਲਬ ਜਗੀਰਦਾਰਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਸੀਗੇ, ਚਾਹੇ ਉਹਨਾਂ ਦੀਆਂ ਮਤਲਬ ਕੋਈ ਵੀ ਸੇਵਾਵਾਂ ਕਰਦੇ ਸੀਗੇ, ਉਹ ਇਨ ਐਕਚੁਅਲ ਫੈਕਟ ਆਪ ਗੁਲਾਮ ਬਣਾਏ ਹੋਏ ਸੀਗੇ ਉਹਨਾਂ ਨੇ। ਹਾਂਜੀ, ਮਿੰਟ ਪੂਰਾ ਗਿਆ ਆਪਣੇ ਕੋਲ। ਹਾਂ ਬਿਲਕੁਲ ਕਰ ਲਓ। ਸੋ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਜਿਹੜੇ ਦਰੜੇ ਲੋਕਾਂ ਸੀ ਉਹਨਾਂ ਨੂੰ ਲਿਬਰੇਟ ਕੀਤਾ, ਉਹਨਾਂ ਨੂੰ ਆਜ਼ਾਦ ਕੀਤਾ, ਉਹਨਾਂ ਨੂੰ ਸੁਤੰਤਰ ਕੀਤਾ, ਤਾਂ ਕਿ ਤੁਸੀਂ ਕਿਰਤ ਕਰਕੇ ਤੇ ਆਪ ਆਪਣੇ ਮਾਲਕ ਬਣੋ, ਨਾ ਕਿ ਮਤਲਬ ਮਾਲਕ ਦੇ ਆਪਣੀ ਸਬਜੂਗੇਸ਼ਨ ਦੇ ਥੱਲੇ ਆਓ। ਸੋ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਅਹਿਮੀਅਤ ਤਾਂ ਹੀ ਹੋਰ ਵੱਡੀ ਹੋਵੇਗੀ। ਬੇਸ਼ੱਕ ਫਲਸਫਾ ਬਹੁਤ ਕਮਾਲ ਦਾ, ਬਹੁਤ ਵੱਡਾ ਹੈ, ਉਹਦੇ ਮੁਕਾਬਲੇ ਦਾ ਦੁਨੀਆ 'ਚ ਹੋਰ ਕੋਈ ਫਲਸਫਾ ਨਹੀਂ, ਇਹ ਗੱਲ ਆਪਾਂ ਮੰਨ ਕੇ ਤੁਰਦੇ ਹਾਂ, ਪਰ ਤਾਂ ਹੀ ਵੱਡੀ ਹੋਏਗੀ ਜੇ ਆਪਾਂ ਆਪਣੀ ਹਸਤੀ ਨੂੰ ਸਿੱਖ ਹੋਣ ਦੇ ਨਾਤੇ ਆਪਣੇ ਜਿਹੜੀਆਂ ਤੁਹਾਡੀਆਂ ਸੰਸਥਾਵਾਂ ਸਾਡੀਆਂ ਜਿਹੜੀਆਂ ਉਹਨਾਂ ਨੂੰ ਊਡਾ ਵੱਡਾ ਬਣਾ ਲਵਾਂਗੇ ਕਿ ਸੰਸਾਰ ਪੱਧਰ 'ਤੇ ਮੁਖਾਤਬ ਹੋ ਸਕੀਏ। ਇੱਕ ਵਾਰੀ ਅਸੀਂ ਖਿਮਾ ਜਾਚਣਾ ਜੀ, ਅਗਲੇ ਐਪੀਸੋਡ ਜਿੱਥੇ ਗੱਲ ਛੱਡੀ ਹੈ ਇੱਥੋਂ ਹੀ ਸ਼ੁਰੂ ਕਰ ਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।